A very good morning to my dear students. In the previous topic, we learn about the meaning of poverty, absolute poverty, relative poverty, and what are the trends of poverty in India. Now, we are going to in today's topic, we are going to learn about the adverse effect of British rule on the living standards of Indian. That is also a cause of the poverty in India. Now, as we know that there is no doubt that British rule had a substantial negative impact on the Indian economy and the standard of the living. ਜਿਹੜੇ ਜਦੋਂ ਬ੍ਰਿਟਿਸ਼ਰਸ ਆਏ ਸੀ ਉਹਨਾਂ ਦੇ ਆਉਣ ਤੋਂ ਬਾਅਦ ਸਾਡੀ ਜਿਹੜੀ ਇਕੋਨਮੀ ਸੀ ਉਹਦੀ ਜਿੰਨੀ ਵੀ ਇੰਡਸਟਰੀ ਸੀ ਹੈਂਡੀਕ੍ਰਾਫਟ ਇੰਡਸਟਰੀ ਸਾਰੀ ਡਿਸਟਰੋਏ ਹੋ ਗਈ ਆਰਟੀਜ਼ਨਸ ਅਨਇੰਪਲੋਇਡ ਹੋ ਗਏ ਸੋ ਡੈਟ ਕ੍ਰੀਏਟ ਅ ਮੈਸਿਵ ਪੋਵਰਟੀ ਇਨ ਦਾ ਇਕੋਨਮੀ ਸੋ ਫਸਟ ਰੀਜ਼ਨ ਜਿਹੜਾ ਬ੍ਰਿਟਿਸ਼ਰਸ ਨੇ ਕ੍ਰੀਏਟ ਕੀਤਾ ਸੀ ਡੈਟ ਇਜ਼ ਬ੍ਰਿਟਿਸ਼ਰਸ ਗਵਰਨਮੈਂਟ ਜਿਹੜੀ ਸੀ ਦਿਸ ਸਿਸਟਮੈਟਿਕਲੀ ਡਿਸਟਰੋਇਡ ਇੰਡੀਅਨ ਇੰਡਸਟਰੀ when they destroyed Indian industry ਉਹਦੇ ਨਾਲ ਕੀ ਹੋ ਗਿਆ they make India a net exporter of raw material and net importer of finished good so as a result ਅਸੀਂ ਕੀ ਕਹਿ ਸਕਦੇ ਹਾਂ ਕਿ country ਦੇ ਵਿੱਚ unemployment ਹੋ ਗਈ ਔਰ unemployment ਜਦੋਂ ਵੀ ਹੁੰਦੀ ਹੈ that always create the situation of poverty in the economy. Now moving to the other point, more than 70% of Indians were engaged in agriculture throughout the British period. ਜਦੋਂ ਵੀ British period ਸੀ ਉਦੋਂ ਜਿੰਨੇ ਵੀ ਸਾਡੇ ਇੰਡੀਅਨ ਸੀ ਮੈਕਸਿਮਮ ਜਿਹੜੀ ਪੋਪੂਲੇਸ਼ਨ ਸੀ ਉਹ ਰਿਜ਼ਾਈਡ ਕਰਦੀ ਸੀ ਰੂਰਲ ਏਰੀਆਜ਼ 'ਚ ਸੋ ਇਹਦਾ ਮਤਲਬ ਉਹ ਆਪਣੀ ਅਰਨ ਕਰਦੀ ਸੀ ਲਾਈਵਲੀਹੁੱਡ ਕਿਹਦੇ ਕੋਲੋਂ ਐਗਰੀਕਲਚਰ ਤੋਂ ਹੁਣ ਐਗਰੀਕਲਚਰ ਵਿੱਚ ਜ਼ਮੀਂਦਾਰੀ ਸਿਸਟਮ ਦੇ ਕਾਰਨ the policies raised rural taxes ਜਿਹਦੇ ਨਾਲ ਮਰਚੈਂਟਸ ਐਂਡ ਮਨੀ ਲੈਂਡਰਸ ਕੀ ਹੋ ਗਏ ਸੀ ਉਹ ਲਾਰਜ ਲੈਂਡ ਓਨਰਸ ਬਣ ਗਏ ਸੀ ਐਂਡ ਜਿਹੜੇ ਫਾਰਮਰਸ ਸੀ ਉਹ ਲੈਂਡਲੈਸ ਲੇਬਰਰਸ ਬਣ ਗਏ ਸੀ ਸੋ ਅੰਡਰ ਦਾ ਬ੍ਰਿਟਿਸ਼ ਰੂਲ ਆਲਸੋ ਇੰਡੀਆ ਬਿਗੇਨ ਟੂ ਐਕਸਪੋਰਟ ਫੂਡ ਗ੍ਰੇਨਸ ਬਿਕੋਜ਼ ਇੰਡੀਆ ਦੇ ਵਿੱਚ ਫ੍ਰੀਕੁਐਂਟ ਫੈਮੀਨਸ ਆ ਗਏ ਸੀ ਜਿਹਨਾਂ 26 ਮਿਲੀਅਨ ਈਵਨ ਕਿ ਪੀਪਲ ਡਾਈਡ ਹੋ ਗਏ ਸੀ 1875 to 1900 ਦੇ ਵਿੱਚ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਕਾਰਨ ਕੀ ਹੋ ਰਿਹਾ ਸੀ ਕਿ ਜਿਹੜਾ ਇਨ ਸ਼ਾਰਟ ਜਿਹੜਾ ਬ੍ਰਿਟਿਸ਼ ਰਾਜ ਜਿਹੜਾ ਸੀ they made that make India ਦੀ ਉਹਨਾਂ ਨੇ ਕੀ ਕਰਤੀ ਸੀ ਮਿਜ਼ਰੇਬਲ ਸਿਚੁਏਸ਼ਨ ਕਰ ਦਿੱਤੀ ਸੀ because their main goal was to provide a market for the British exports to have Indian services its debt payment to Britain and for Indians to provide manpower for the British Imperial armies. ਇਹਨਾਂ ਸਾਰੀਆਂ ਚੀਜ਼ਾਂ ਦੇ ਕਾਰਨ ਕੀ ਸੀ ਉਸ ਟਾਈਮ ਦੇ ਉੱਪਰ ਵੈਨ ਇੰਡੀਆ ਗੌਟ ਇੰਡੀਪੈਂਡੈਂਸ ਇਨ 1947 ਇੰਡੀਆ ਦੇ ਵਿੱਚ ਮੈਸਿਵ ਅਨਇੰਪਲੋਇਮੈਂਟ illiteracy as well as a high rate of poverty ਕੀ ਸੀ prevalent ਸੀ ਸੋ ਪ੍ਰੈਜ਼ੈਂਟ ਡੇ ਦੀ ਜਿਹੜੀ poverty ਦਾ ਇੱਕ ਰੀਜ਼ਨ ਬ੍ਰਿਟਿਸ਼ ਰੂਲਰਸ ਵੀ ਹੈਗੇ ਨੇ ਨਾਓ ਮੂਵਿੰਗ ਟੂ ਦਾ ਸੈਕਿੰਡ ਅਦਰ ਰੀਜ਼ਨ ਅਸੀਂ ਗੱਲ ਕਰਦੇ ਹਾਂ ਉਹ ਹੈਗਾ ਕਿ ਇੰਡੀਆ ਜਿਹੜਾ ਹੈਗਾ ਇਟਸ ਐਗਰੀਕਲਚਰਲ ਇਕੋਨਮੀ ਸਾਡੀ ਅਬਵ 85% ਜਿਹੜੀ ਪੋਪੂਲੇਸ਼ਨ ਹੈ ਡੈਟ ਲਿਵ ਇਨ ਦਾ ਰੂਰਲ ਏਰੀਆਜ਼ ਜੇ ਰੂਰਲ ਏਰੀਆਜ਼ 'ਚ ਰਹਿ ਰਹੇ ਇਹਦਾ ਮਤਲਬ ਉਹਨਾਂ ਦਾ ਪ੍ਰਿੰਸੀਪਲ ਮੀਨਸ ਆਫ ਲਾਈਵਲੀਹੁੱਡ ਹੁਣੇ ਵੀ ਕੀ ਚੀਜ਼ ਹੈਗਾ agriculture ਹੈਗਾ ਸੋ ਐਗਰੀਕਲਚਰ ਇਜ਼ ਦਾ ਸਟਿਲ ਪ੍ਰਿੰਸੀਪਲ ਮੀਨਸ ਆਫ ਲਾਈਵਲੀਹੁੱਡ ਇਨ ਇੰਡੀਆ ਨਾਓ ਹੁਣ ਐਗਰੀਕਲਚਰ ਦੇ ਵਿੱਚ ਵੀ ਨੋ ਡੈਟ ਕਿ ਦੇਰ ਆਰ ਸਰਟਨ ਲਿਮਿਟੇਸ਼ਨਸ ਜਿਹਦੇ ਕਾਰਨ ਐਗਰੀਕਲਚਰ ਜਿਹੜਾ ਹੈਗਾ ਉਹ ਜ਼ਿਆਦਾ ਸਰਪਲਸ ਲੇਬਰ ਨੂੰ ਐਬਜ਼ੌਰਬ ਨਹੀਂ ਕਰ ਪਾਉਂਦਾ ਜ਼ਿਆਦਾ ਯੀਲਡ ਨਹੀਂ ਹੈਗੀ ਲੈਂਡਲੈਸ ਐਂਡ ਸਮਾਲ ਜਿਹੜੇ ਫਾਰਮਰਸ ਜ਼ਿਆਦਾ ਹੋਣ ਕਾਰਨ ਸਾਡੇ ਜਿਹੜੇ ਰੂਰਲ ਏਰੀਆਜ਼ ਆ ਉੱਥੇ ਪੋਵਰਟੀ ਇੰਨੀ ਇਨਕਰੀਜ਼ ਹੋ ਜਾਂਦੀ ਜਿਹਦੇ ਕਾਰਨ ਓਵਰਆਲ ਪੂਰੇ ਇੰਡੀਆ ਦੀ ਇਕੋਨਮੀ ਦੇ ਉੱਪਰ ਕੀ ਪੈਂਦਾ ਇੰਪੈਕਟ ਪੈਂਦਾ ਨਾਓ ਫਸਟ ਰੀਜ਼ਨ ਅਸੀਂ ਕਰਦੇ ਹਾਂ ਲੋ ਸਕਸੈਸ ਆਫ ਲੈਂਡ ਸੀਲਿੰਗ ਹੁਣ ਗਵਰਨਮੈਂਟ ਨੇ ਲੈਂਡ ਸੀਲਿੰਗਸ ਜਿਹੜੇ ਲੈਂਡ ਰਿਫਾਰਮਸ ਕੀਤੇ ਸੀ ਉਹਨਾਂ ਦੇ ਕਾਰਨ ਅਸੀਂ ਸੋਚਿਆ ਸੀ ਕਿ ਕੰਟਰੀ ਦੇ ਵਿੱਚ ਜਿਹੜੇ ਨੇ ਸਾਡੀ ਕੰਟਰੀ ਦੇ ਵਿੱਚ ਜਿਹੜੇ ਫਾਰਮਰਸ ਹੈਗੇ ਨੇ ਦੇ ਗੈਟ ਦਾ ਪ੍ਰੋਪਰ ਲੈਂਡ ਔਰ ਉੱਥੇ ਕੀ ਕਰਨਗੇ ਕਲਟੀਵੇਸ਼ਨ ਕਰਨਗੇ ਸੋ ਦੇ ਕਮ ਆਊਟ ਆਫ ਦਾ ਪੋਵਰਟੀ ਬਟ ਦੈਟ ਵਾਸ ਨਾਟ ਪੋਸੀਬਲ ਗਵਰਨਮੈਂਟ ਆਪਟਡ ਰੀਡਿਸਟ੍ਰੀਬਿਊਟ ਲੈਂਡ ਥਰੂ ਲੈਂਡ ਸੀਲਿੰਗ ਦਾ ਮਤਲਬ ਕੀ ਹੁੰਦਾ ਹੈਗਾ ਦੈਟ ਇਜ਼ ਫਿਕਸੇਸ਼ਨ ਆਫ ਸਪੈਸੀਫਾਈਡ ਲਿਮਿਟ ਅਸੀਂ ਫਿਕਸ ਕਰ ਦਿੱਤੀ ਹੈ ਵਿਚ ਇੰਡੀਵਿਜੂਅਲ ਕੈਨ ਓਨ ਇੱਕ ਬੰਦੇ ਕੋਲ ਇੰਨੀ ਜ਼ਮੀਨ ਹੋਣੀ ਚਾਹੀਦੀ ਹੈ ਐਂਡ ਬਿਯੋਂਡ ਦਾ ਸਪੈਸੀਫਾਈਡ ਲਿਮਿਟ ਜਿੰਨੀ ਵੀ ਲਿਮਿਟ ਹੋਏਗੀ ਐਕਸੈਸ ਲੈਂਡ ਵੁੱਡ ਬੀ ਟੇਕਨ ਬਾਈ ਦਾ ਗਵਰਨਮੈਂਟ ਐਂਡ ਦੈਟ ਵਿਲ ਬੀ ਡਿਸਟ੍ਰੀਬਿਊਟਿਡ ਟੂ ਦਾ ਪੀਜ਼ੈਂਟਸ ਜਿਹੜੇ ਲੈਂਡਲੈਸ ਫਾਰਮਰਸ ਹੈਗੇ ਨੇ ਐਗਰੀਕਲਚਰ ਲੇਬਰਸ ਹੈ ਉਹਨਾਂ ਨੂੰ ਦੇ ਦਿੱਤਾ ਜਾਏਗਾ ਬਟ ਦੈਟ ਮੈਜਰ ਵਾਜ਼ ਨਾਟ ਸਕਸੈਸਫੁਲ ਇਟਸ ਇੰਪਲੀਮੈਂਟੇਸ਼ਨ ਵਾਜ਼ ਨਾਟ ਪ੍ਰੋਪਰਲੀ ਡਨ ਹੁਣ ਇਹਨਾਂ ਸਾਰੀਆਂ ਚੀਜ਼ਾਂ ਕਾਰਨ ਬਟ ਇਟ ਵਾਜ਼ ਨਾਟ ਸਕਸੈਸਫੁਲ ਕਿਉਂ ਨਹੀਂ ਹੋ ਪਾਇਆ ਬਿਕੋਜ਼ ਫਸਟ ਰੀਜ਼ਨ ਸਕਸੈਸਫੁਲ ਹੁੰਦਾ ਇਹ ਸੀ ਕਿ ਜਿਹੜੀਆਂ ਗਵਰਨਮੈਂਟ ਸੀ ਸਟੇਟ ਗਵਰਨਮੈਂਟ ਸੀ ਦੇ ਵਰ ਫੇਲਡ ਟੂ ਇੰਪਲੀਮੈਂਟ ਦਿਸ ਪਾਲਿਸੀ ਉਹਨਾਂ ਕੋਲ ਆਪਣੀ ਪਾਲਿਸੀ ਹੀ ਇੰਪਲੀਮੈਂਟ ਨਹੀਂ ਕੀਤੀ ਗਈ ਸੈਕਿੰਡ ਰੀਜ਼ਨ ਸੀ ਲੈਂਡ ਹੋਲਡਿੰਗਸ ਵਰ ਟੂ ਸਮਾਲ ਟੂ ਬੀ ਵਾਇਬਲ ਜਿੰਨੀਆਂ ਵੀ ਉਹਨਾਂ ਨੇ ਲੈਂਡ ਹੋਲਡਿੰਗਸ ਡਿਸਟ੍ਰੀਬਿਊਟ ਕੀਤੀਆਂ ਉਹ ਇੰਨੀਆਂ ਛੋਟੀਆਂ ਸੀ ਕਿ ਫਾਰਮਰਸ ਉਹਦੇ ਉੱਪਰ ਪ੍ਰੋਡਕਸ਼ਨ ਕਰ ਹੀ ਨਹੀਂ ਪਾਉਂਦੇ ਸੀ And next reason ਕੀ ਸੀ the large section of agriculture workers did not have any money or skills. ਹੁਣ those who got the land they don't have the money. ਉਹਨਾਂ ਕੋਲ money ਨਹੀਂ ਸੀ
ਨਾ ਹੀ ਉਹਨਾਂ ਕੋਲ ਸਕਿੱਲਸ ਸੀ, ਜਿਹਦੇ ਕਾਰਨ ਉਹ ਜਿਹੜਾ ਆਪਣੇ ਲੈਂਡ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਕੇ ਕਲਟੀਵੇਸ਼ਨ ਕਰਦੇ ਐਂਡ ਦੇ ਕਮ ਆਊਟ ਫਰੋਮ ਦਾ ਪੋਵਰਟੀ। ਸੈਕਿੰਡ ਰੀਜ਼ਨ ਵਾਜ਼ ਦਾ ਮੈਜੋਰਿਟੀ ਆਫ ਸਮਾਲ ਐਂਡ ਮਾਰਜਨਲ ਫਾਰਮਰਸ। ਅਸੀਂ ਕਿਹਾ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਜਿਹੜੇ ਫਾਰਮਰਸ ਹੈਗੇ ਨੇ, ਸਮਾਲ ਐਂਡ ਮਾਰਜਨਲ ਫਾਰਮਰਸ ਜਿਹੜੇ ਹੈਗੇ ਨੇ, ਉਹਨਾਂ ਦਾ ਨੰਬਰ ਜ਼ਿਆਦਾ ਹੈਗਾ। ਸੋ ਅ ਲਾਰਜ ਸੈਕਸ਼ਨ ਆਫ ਰੂਰਲ ਪਾਵਰ ਇਨ ਇੰਡੀਆ ਆਰ ਸਮਾਲ ਫਾਰਮਰਸ। ਹੁਣ ਸਮਾਲ ਫਾਰਮਰਸ ਹੋਣ ਕਾਰਨ ਜਿਹੜੇ ਉਹਨਾਂ ਦੇ ਫਰਟਾਈਲ ਲੈਂਡਸ ਵੀ ਲੈਸ ਹੈਗੇ ਨੇ, ਸੋ ਦੇ ਡੋਂਟ ਹੈਵ ਦਾ ਇਰੀਗੇਸ਼ਨ ਫੈਸਿਲਿਟੀਜ਼, ਦੇ ਡਿਪੈਂਡੈਂਟ ਔਨ ਦਾ ਰੇਨ ਐਜ਼ ਵੈਲ ਐਜ਼ ਉਹਨਾਂ ਦਾ ਜਿਹੜੀ ਉਹ ਫਾਰਮਿੰਗ ਕਰਦੇ ਵੀ ਹੈ ਡੈਟ ਇਜ਼ ਨਾਟ ਫॉर ਟੂ ਸੈਲ ਇਨ ਦਾ ਮਾਰਕੀਟ। ਉਹਨਾਂ ਕੋਲ ਸਰਪਲਸ ਨਹੀਂ ਹੁੰਦਾ, ਸਿਰਫ ਉਹ ਸਬਸਿਸਟੈਂਸ ਫਾਰਮਿੰਗ ਕਰਦੇ ਆਪਣੀ ਨੀਡਸ ਨੂੰ ਸੈਟਿਸਫਾਈ ਕਰਨ ਵਾਸਤੇ ਹੀ, ਆਪਣੀ ਬੇਸਿਕ ਰਿਕੁਆਇਰਮੈਂਟ ਨੂੰ ਸੈਟਿਸਫਾਈ ਕਰਨ ਵਾਸਤੇ ਹੀ ਪ੍ਰੋਡਕਸ਼ਨ ਕਰ ਪਾਉਂਦੇ ਨੇ। ਡੈਟ ਇਜ਼ ਵਾਈ ਦੇ ਡੋਂਟ ਕਮ ਆਊਟ ਆਫ ਦਾ ਜਿਹੜਾ ਵਿਸ਼ਿਅਸ ਸਰਕਲ ਆਫ ਪੋਵਰਟੀ, ਉਹਦੇ ਚੋਂ ਨਹੀਂ ਨਿਕਲ ਪਾਉਂਦੇ। ਨੈਕਸਟ ਇਜ਼ ਦਾ ਫਰੈਗਮੈਂਟੇਸ਼ਨਸ ਆਫ ਲੈਂਡ ਹੋਲਡਿੰਗਸ। ਹੁਣ ਸਾਨੂੰ ਪਤਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜੀ ਸਾਈਜ਼ ਆਫ ਪੋਪੂਲੇਸ਼ਨ ਡੈਟ ਵਾਜ਼ ਇਨਕਰੀਜ਼ਿੰਗ ਡੇ ਬਾਈ ਡੇ। ਨਾਓ ਵਿਦ ਰੈਪਿਡ ਗਰੋਥ ਆਫ ਪੋਪੂਲੇਸ਼ਨ ਐਂਡ ਵਿਦਾਊਟ ਆਲਟਰਨੇਟਿਵ ਸੋਰਸਿਸ ਆਫ ਇੰਪਲੋਇਮੈਂਟ, ਹੁਣ ਹਰ ਇੱਕ ਬੰਦੇ ਕੋ ਜਿਹੜੀ ਪਰ ਹੈਡ ਅਵੇਲੇਬਿਲਿਟੀ ਆਫ ਲੈਂਡ ਕੀ ਹੋਈ ਜਾ ਰਹੀ, ਘਟੀ ਜਾ ਰਹੀ ਹੈ। ਇੰਡੀਆ ਵਿੱਚ ਫਰੈਗਮੈਂਟੇਸ਼ਨਸ ਬਹੁਤ ਜ਼ਿਆਦਾ ਹੁੰਦੀ ਹੈ, ਜਿਹਦੇ ਕਾਰਨ ਦੇਰ ਵਾਜ਼ ਅ ਡਿਸਟ੍ਰੈਸ ਅਮੰਗ ਦਾ ਫਾਰਮਰਸ ਡਿਸਟ੍ਰੈਸ ਹੋ ਜਾਂਦੇ ਬਿਕੋਜ਼ ਦੇ ਡੋਂਟ ਹੈਵ ਦਾ ਪ੍ਰੋਪਰ ਲੈਂਡ ਹੋਲਡਿੰਗਸ। ਉਹਨਾਂ ਦੇ ਅੱਗੇ ਬੱਚਿਆਂ ਦੇ ਬੱਚੇ ਜਿਹੜੇ ਹੈਗੇ ਨੇ ਹੋਈ ਜਾਣਗੇ, ਪਰ ਹੈਡ ਅਵੇਲੇਬਿਲਿਟੀ ਘਟਦੀ ਜਾਂਦੀ ਹੈ, ਜਿਹਦੇ ਕਾਰਨ ਦੇ ਕੈਨ ਨਾਟ ਯੂਜ਼ ਦਾ ਮਾਡਰਨ ਟੈਕਨੋਲੋਜੀ ਯੂਜ਼ ਨਹੀਂ ਕਰ ਸਕਦੇ, ਟਰੈਕਟਰਸ ਨਹੀਂ ਯੂਜ਼ ਕਰ ਸਕਦੇ, threshers नहीं use कर सकते। So all this leads to the distress among the farmers. Once is the poverty, they want to try to come out of it, they are not positive, that is was not successful. So all this leads to the distress of farmers. Now distress among farmers ਕਿਹੜੇ reasons ਕਾਰਨ ਹੈ? First is the high production cost. ਉਹਨਾਂ ਨੂੰ HYV seeds fertilizers ਬਹੁਤ ਮਹਿੰਗੇ ਪੈਂਦੇ ਨੇ। low and unstable yields, we know that ਕਿ farmers they are gambling with the monsoons, ਫਿਰ ਉਹਦੇ ਕਾਰਨ ਅਨਸਟੇਬਲ ਜਿਹੜੀ ਹੋ ਜਾਂਦੀ ਉਹਨਾਂ ਦੀ ਯੀਲਡਸ ਹੈ, ਪ੍ਰੋਡਕਸ਼ਨ ਹੈਗੀ ਹੈ। ਕੰਪੀਟੀਸ਼ਨ ਫਰੋਮ ਦਾ ਫੋਰਨ ਪ੍ਰੋਡਿਊਸਰਸ, ਬਿਕੋਜ਼ ਐਕਸਪੋਰਟ ਅਸੀਂ ਫ੍ਰੀ, ਜਦੋਂ ਗਲੋਬਲਾਈਜੇਸ਼ਨ ਦੇ ਕਾਰਨ ਅਸੀਂ ਫ੍ਰੀ ਇੰਪੋਰਟ ਐਕਸਪੋਰਟ ਕਰ ਦਿੱਤਾ, ਜਿਹਦੇ ਕਾਰਨ ਐਗਰੀਕਲਚਰ ਦੇ ਵਿੱਚ ਜਿਹੜੇ ਹੈਗੇ ਨੇ ਦੇ ਆਰ ਫੇਸਿੰਗ ਫੋਰਨ ਕੰਪੀਟੀਸ਼ਨ। ਸੋ ਆਲ ਦਿਸ ਲੈਡ ਟੂ ਦਾ ਐਗਰੀਰੀਅਨ ਡਿਸਟ੍ਰੈਸ ਐਂਡ ਸੁਸਾਈਡਸ। ਐਂਡ ਇਹਦੇ ਨਾਲ ਕੀ ਹੋ ਗਿਆ, ਬਿਕੋਜ਼ ਮੈਜੋਰਿਟੀ ਆਫ ਪੋਪੂਲੇਸ਼ਨ ਪਿੰਡਾਂ ਦੇ ਵਿੱਚ ਰਹਿੰਦੀ ਹੈ, ਜਿਹਦੇ ਕਾਰਨ ਪਿੰਡਾਂ ਦੀ ਜਿਹੜੀ ਦੇ ਡੋਂਟ ਕਮ ਆਊਟ ਫਰੋਮ ਦਾ ਪੋਵਰਟੀ and that leads to suicide cases ਬਹੁਤ ਜ਼ਿਆਦਾ farmers ਦੇ ਵਿੱਚ ਵੱਧ ਰਹੇ ਨੇ। So this is also another aspect of poverty in India ਕਿ ਜਿਹੜੇ farmers ਹੈਗੇ ਨੇ ਉਹੀ ਇੰਨੇ distress ਹੈਗੇ ਨੇ। majority of population they get their livelihood from agriculture, landless farmers ਜ਼ਿਆਦਾ ਨੇ, small and marginal farmers ਨੇ। So all this contributed to the rural poverty ਦੇ ਉੱਪਰ ਇਹਨਾਂ ਦਾ ਬਹੁਤ ਜ਼ਿਆਦਾ impact ਪੈਂਦਾ ਹੈਗਾ। Now moving to the another is the causes of the poverty। ਹੁਣ causes of the poverty ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਿ ਜਿੰਨੇ ਵੀ ਮੇਨ ਵਿਕਟਿਮਸ ਹੈਗੇ ਨੇ ਪੋਵਰਟੀ ਦੇ ਇੰਡੀਆ ਦੇ ਵਿੱਚ, ਇਹ ਸਾਰੇ ਕੀ ਹੈਗੇ ਨੇ ਦੈਟ ਦੇਰ ਆਰ ਸਰਟਨ ਕਾਜ਼ਸ ਜਿਨ੍ਹਾਂ ਦੇ ਕਾਰਨ ਇਹ ਜਿਹੜਾ ਵਿਸ਼ਸ ਸਰਕਲ ਹੈਗਾ ਇਹ ਬ੍ਰੇਕ ਹੀ ਨਹੀਂ ਹੋ ਪਾਉਂਦਾ। ਜਿਹੜੇ ਪੂਅਰ ਹੈਗੇ ਨੇ ਦੇ ਆਰ ਡਿਪਰਾਈਵਡ ਆਫ ਕੁਆਲਿਟੀ ਐਜੂਕੇਸ਼ਨ, they are unable to acquire skills, ਉਹਨਾਂ ਕੋਲ skills ਨਹੀਂ ਹੈ। And all this later ਜਿਹੜੀ ਹੈਗੀ ਉਹਦੇ ਕਾਰਨ ਕੀ ਹੋ ਰਿਹਾ, they are not able to get better income and they do not have the skills to earn the better life। ਸੋ ਅਸੀਂ causes ਨੂੰ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਇੰਪੋਰਟੈਂਟ causes ਦੇ ਵਿੱਚ ਅਸੀਂ ਗੱਲ ਕਰਦੇ ਹਾਂ। ਫਸਟ ਅਸੀਂ ਗੱਲ ਕਰਦੇ ਹਾਂ ਪੋਪੂਲੇਸ਼ਨ ਐਕਸਪਲੋਜਨ ਦੀ। ਐਜ਼ ਵੀ ਨੋ ਡੈਟ ਇੰਡੀਆ ਵਿੱਚ ਰੈਪਿਡ ਗਰੋਥ ਆਫ ਪੋਪੂਲੇਸ਼ਨ ਹੋ ਰਹੀ ਹੈ। ਪੋਪੂਲੇਸ਼ਨ ਦੇ ਕਾਰਨ ਕੀ ਹੋ ਰਿਹਾ ਹੈ ਕਿ ਗਵਰਨਮੈਂਟ ਇੰਪਲੋਇਮੈਂਟ ਜਨਰੇਟ ਕਰ ਰਹੀ ਹੈ, ਬਟ ਜਿੰਨੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਕਰ ਰਹੀ ਗਵਰਨਮੈਂਟ ਦੇ ਆਰ ਨਾਟ ਸਫੀਸ਼ੀਐਂਟ ਫॉर ਦਾ ਜਿਹੜੇ ਹੈਗੇ ਨੇ ਪੀਪਲ ਵਾਸਤੇ ਸਫੀਸ਼ੀਐਂਟ ਨਹੀਂ ਹੈ। ਸੋ ਡੈਟ ਇਜ਼ ਵਾਈ ਪੋਵਰਟੀ ਇਨਕਰੀਜ਼ ਹੋਈ ਜਾ ਰਹੀ ਹੈ, ਪਰ ਕੈਪੀਟਾ ਇਨਕਮ ਜਿਹੜੀ ਹੈ ਉਹ ਲੋ ਹੋਈ ਜਾ ਰਹੀ ਹੈ। ਸੈਕਿੰਡ ਇਜ਼ ਦਾ ਲੋ ਲੈਵਲ ਆਫ ਇਕਨੋਮਿਕ ਡਿਵੈਲਪਮੈਂਟ। ਜਿਹੜੀ ਹੁਣ ਸਾਨੂੰ ਪਤਾ ਹੈ ਕਿ ਇੰਡੀਅਨ ਇਕੋਨਮੀ ਹਾਈਲੀ ਅੰਡਰ ਡਿਵੈਲਪਡ ਹੈਗੀ ਬਿਕੋਜ਼ ਸਾਡੇ 'ਚ ਬੈਕਵਰਡਨੈਸ ਆਫ ਐਗਰੀਕਲਚਰ ਹੈ, ਇੰਡਸਟਰੀਅਲ ਸੈਕਟਰ ਇੰਨਾ ਵਾਈਡ ਸਪਰੈਡ ਨਹੀਂ ਹੈਗਾ, ਜਿਹਨੇ ਇੰਨਾ ਔਰ ਇਨਫਰਾਸਟਰਕਚਰ ਫੈਸਿਲਿਟੀਜ਼ ਇੰਨੀਆਂ ਨਹੀਂ ਹੋ ਰਹੀਆਂ ਪ੍ਰੋਪਰਲੀ। ਉਹ ਜਿਹੜੇ ਬੋਟਲ ਨੈਕਸ ਹੈ ਉਹਨਾਂ ਦੇ ਕਾਰਨ ਜਿਹੜੀ ਲਿਮਿਟੇਸ਼ਨਸ ਹੈ ਉਹਨਾਂ ਦੇ ਕਾਰਨ ਕੰਟਰੀ ਦੇ ਵਿੱਚ ਇਕਨੋਮਿਕ ਡਿਵੈਲਪਮੈਂਟ ਨਹੀਂ ਹੋਏਗੀ, ਇੰਪਲੋਇਮੈਂਟ ਕ੍ਰੀਏਟ ਨਹੀਂ ਹੋਏਗੀ। ਸੋ ਆਲ ਦਿਸ ਲੈਡ ਟੂ ਦਾ cause of poverty in India. Next is the poor state of agriculture. We have discussed it earlier कि poor state of agriculture हैगी है। farmers ਜਿਹੜੇ ਨੇ ਉਹ landless ਜ਼ਿਆਦਾ ਨੇ, small and marginal farmers ਹੈਗੇ ਨੇ। So all this led to the distress among farmers and they commit suicide, so which was again a cause of poverty in India.
ਨੈਕਸਟ ਇਜ਼ ਦਾ ਹਾਈ ਇਲੀਟਰੇਸੀ ਰੇਟ। ਸਾਨੂੰ ਪਤਾ ਹੈਗਾ ਕਿ ਜਿਹੜੇ ਵੀਕਰ ਸੈਕਸ਼ਨਸ ਹੈਗੇ ਨੇ ਉਹਨਾਂ ਕੋ ਸਕਿੱਲਸ ਨਹੀਂ ਮਿਲ ਉਹਨਾਂ ਕੋ ਹੁੰਦੇ ਹੈਗੇ ਨੇ, ਇਲੀਟਰੇਸੀ ਰੇਟ ਬਹੁਤ ਜ਼ਿਆਦਾ ਉੱਥੇ ਜ਼ਿਆਦਾ ਹੈਗਾ, ਜਿਹਦੇ ਕਾਰਨ ਕੀ ਹੋ ਰਿਹਾ ਕਿ ਦੇ ਆਰ ਨਾਟ ਏਬਲ ਟੂ ਗੈਟ ਦਾ ਪ੍ਰੋਪਰ ਜਿਹੜੀਆਂ ਵਾਈਟ ਕਾਲਰ ਜੌਬਸ ਜਿਹੜੀਆਂ ਹੈਗੀਆਂ ਸਕਿਲਡ ਜਿਹੜੀ ਲੇਬਰ ਜਿੱਥੇ ਚਾਹੀਦੀ, ਦੇ ਆਰ ਨਾਟ ਏਬਲ ਟੂ ਫਿਟ ਇਨ ਟੂ ਡੈਟ ਜੌਬਸ। ਮੇਨ ਰੀਜ਼ਨ ਇਜ਼ ਦਾ ਹਾਈ ਇਲੀਟਰੇਸੀ ਰੇਟ, ਦੈਟ ਇਜ਼ ਵਾਈ ਜਿਹੜੇ ਹੈਗੇ ਨੇ they are not able to participate in the economic activities of the country, and that is why they led the life of the poor in the economy. Next is the high level of unemployment. High level of unemployment बहुत ज़्यादा है because ਸਾਨੂੰ ਪਤਾ ਹੈਗਾ ਕਿ ਜਿਹੜੇ rural poor ਹੋਣਗੇ ਉਹ migrate ਕਿੱਥੇ ਹੋਣਗੇ, they will migrate to the urban areas. अर्बन एरियाज च जाएंगे, अर्बन एरियाज च सरप्लस लेबर आ जाएगी, दैट इज अर्बन एरियाज नॉट एबल टू एब्जॉर्ब दैट सरप्लस लेबर, सो रूरल पॉवर्टी लीड्स टू द अर्बन पॉवर्टी ऑल्सो बिकॉज उत्थे भी हाई लैवल ऑफ की हो जाता है, अनएम्प्लॉयमेंट होंगी है। इंडस्ट्रियलाइजेशन साडी कंट्री ज़्यादा नहीं हैगी, दैट इज वाई एब्जॉर्ब नहीं कर पाती सरप्लस लेबर। मोस्ट ऑफ द अर्बन पुअर आर ईदर अनएम्प्लॉयड और टैंपरेरली इंप्लॉयड एज कैजुअल लेबरस। सो इन्हां सारियां चीज़ों के कारण बिकॉज सानू पता है कि नेचर ऑफ एम्प्लॉयमेंट ते पॉवर्टी बहुत बोथ आर बहुत क्लोजली रिलेटेड क्यों, इफ यू गॉट द जॉब you got the income, you have the proper standard of living, that is why you come out of the poverty. If you are unemployed, you don't have the income, you don't have the skills, you are not getting the basic requirements of life, that is why you move to the below poverty line population की हो जाएगी, बढ़ जाएगी। So nature of employment as well as ਜਿਹੜੀ poverty है, these are closely related. Next is the high level of indebtedness. We know that in the situation of underemployment or unemployment ਜਿਹੜੇ ਵਰਕਰਸ ਹੈਗੇ ਨੇ ਉਹਨਾਂ ਨੂੰ ਬੋਰੋ ਕਰਨੀ ਪੈਂਦੀ ਹੈ ਮਨੀ ਐਟ ਦਾ ਹਾਈ ਰੇਟ ਆਫ ਇੰਟਰਸਟ। ਫਿਰ ਇਸੀ ਕਾਰਨ ਜਿਹੜੀ ਸਚ ਇੰਡੈਟਨੈਸ ਜਿਹੜਾ ਹੈਗਾ that is the significant factor of the poverty. Next is the inequalities of income because ਜਿਹੜੀ country ਦੇ ਵਿੱਚ ਕੀ ਹੋ ਰਹੀ ਹੈ, unequal distribution of income ਹੋ ਰਹੀ ਹੈ, rich are becoming richer, poor are becoming poorer, so benefit of the growth is enjoyed by the few rich persons, so that leads to the income inequalities in terms of income and assets. And last is the inflation. Inflation means general rise in prices of the goods कि महंगाई होगी, प्राइजेस वध गए इसेंशियल गुड्स ਦੇ। ਹੁਣ ਇਸੈਂਸ਼ੀਅਲ ਕਮੋਡਿਟੀਜ਼ ਦੇ ਜਦੋਂ ਪ੍ਰਾਈਸ ਵੱਧ ਜਾਂਦੇ ਨੇ ਜਿਹਦੇ ਨਾਲ ਮਿਜ਼ਰੀਜ਼ ਜਿਹੜੀਆਂ ਹੈਗੀਆਂ ਪੂਅਰ ਪੀਪਲ ਦੀਆਂ ਉਹ ਕੀ ਹੋ ਜਾਂਦੀਆਂ, ਇਨਕਰੀਜ਼ ਹੋ ਜਾਂਦੀਆਂ। ਸੋ ਇਹਦਾ ਮਤਲਬ ਕਿ ਕੰਟਰੀ ਜਿਹੜੀ ਹੈਗੀ ਉਹਦੇ ਵਿੱਚ ਪਰਚੇਸਿੰਗ ਪਾਵਰ ਜਿਹੜੇ ਲੋਅਰ ਇਨਕਮ ਗਰੁੱਪ ਦੀ ਹੋਰ ਘਟ ਜਾਂਦੀ ਹੈ। ਸੋ ਸਮ ਆਫ ਦਾ ਪੋਪੂਲੇਸ਼ਨ ਵਿੱਚ ਮੂਵ ਆਊਟ ਆਫ ਦਾ ਪੋਵਰਟੀ ਲਾਈਨ ਤੋਂ ਸਿਰਫ ਅਬਵ ਪੋਵਰਟੀ ਲਾਈਨ ਪਹੁੰਚਦੇ ਨੇ ਬਿਕੋਜ਼ ਆਫ ਇਨਫਲੇਸ਼ਨ ਦੇ ਫਾਲ ਅਗੇਨ ਕਿਹੜੀ ਸਿਚੁਏਸ਼ਨ 'ਚ ਚਲੇ ਜਾਂਦੇ ਨੇ, ਦੇ ਅਗੇਨ ਮੂਵ ਬੈਕ ਟੂ ਦ ਸਿਚੁਏਸ਼ਨ ਆਫ ਪੋਵਰਟੀ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੇ ਇਹ ਸਾਰੇ ਕਾਜ਼ਜ਼ ਹੈਗੇ ਨੇ ਦੇ ਡਿਵਾਈਡ ਦ ਪੋਪੂਲੇਸ਼ਨ ਇਨਟੂ ਦੇ ਕ੍ਰੀਏਟਡ ਦ ਟੂ ਡਿਸਟਿੰਕਟ ਗਰੁੱਪਸ ਇਨ ਦ ਸੁਸਾਇਟੀ। ਪਹਿਲੇ ਕਿਹੜੇ ਹੋ ਗਏ, ਦੋਜ਼ ਹੂ ਪੋਜੈਸਿਸ ਦ ਮੀਨਸ ਆਫ ਪ੍ਰੋਡਕਸ਼ਨ ਮਤਲਬ ਜਿਹੜੇ ਰਿਚ ਪੀਪਲ ਨੇ, ਐਂਡ ਅਦਰ ਦੋਜ਼ ਹੂ ਹੈਵ ਓਨਲੀ ਦੇਅਰ ਲੇਬਰ ਟੂ ਟ੍ਰੇਡ ਫॉर ਸਰਵਾਈਵਲ ਕਿ ਸਿਰਫ ਉਹ ਲੇਬਰ ਜਿਹੜੀ ਹੈ ਕੰਮ ਕਰਦੇ ਹੈਗੇ ਨੇ ਤਾਂ ਕਿ ਉਹ ਸਰਵਾਈਵ ਕਰ ਸਕਣ, ਦੈਟ ਇਜ਼ ਦ ਪੂਅਰ ਸੈਕਸ਼ਨ। ਸੋ ਇਹਦਾ ਮਤਲਬ ਕਿ ਸਾਡੀ ਕੰਟਰੀ ਵਿੱਚ ਮਲਟੀ ਡਾਇਮੈਂਸ਼ਨਲ ਪੋਵਰਟੀ ਜਿਹੜੀ ਹੈਗੀ ਉਹਦੀ ਸਿਚੁਏਸ਼ਨ ਕ੍ਰੀਏਟ ਹੋ ਚੁੱਕੀ ਹੈ। ਸੋ ਕਾਜ਼ਜ਼ ਟੂਡੇ ਵੀ ਲਰਨਡ ਅਬਾਊਟ ਦ ਕਾਜ਼ਜ਼ ਐਂਡ ਦਾ ਬ੍ਰਿਟਿਸ਼ ਰੂਲ ਦਾ ਅਸੀਂ ਇੰਪੈਕਟ ਕੀਤਾ ਕਿ ਬ੍ਰਿਟਿਸ਼ਰਸ ਦੇ ਕਾਰਨ ਇੰਡੀਆ ਦੇ ਵਿੱਚ ਪੋਵਰਟੀ ਦੀ ਸਿਚੁਏਸ਼ਨ ਆਈ, ਐਂਡ ਐਗਰੀਕਲਚਰ ਇਜ਼ ਦਾ ਮੇਨ ਸੋਰਸ ਆਫ ਲਾਈਵਲੀਹੁੱਡ, ਦੈਟ ਇਜ਼ ਵਾਈ ਜਿਹੜੇ ਹੈਗੇ ਨੇ ਪੀਪਲ ਬਿਕੋਜ਼ ਇਟਸ ਆਕੂਪੇਸ਼ਨਲ ਜਿਹੜਾ ਹੈਗਾ ਇਹ ਸੀਜ਼ਨਲ ਆਕੂਪੇਸ਼ਨ ਹੋਣ ਕਾਰਨ ਜਿਹੜੀ ਪੋਵਰਟੀ ਹੈ ਜਿਹੜੀ ਸਿਚੁਏਸ਼ਨ ਹੈ ਉਹ ਕੀ ਹੋ ਰਹੀ ਹੈ, ਪ੍ਰੈਵਲੈਂਟ, ਸਟਿਲ ਪ੍ਰੈਵਲੈਂਟ ਇਨ ਇੰਡੀਆ। ਥੈਂਕ ਯੂ।